ਦਰਸ਼ਕੋ, ਇੱਥੇ ਤਫਰੀਸ਼ਾਲਾ ਵਿਖੇ ਅਸੀਂ ਤੁਹਾਨੂੰ ਬਹੁਤ ਸਾਰੇ ਉਤਸੁਕ ਵਿਸ਼ਿਆਂ ਬਾਰੇ ਵੱਖ-ਵੱਖ ਤੱਥਾਂ ਅਤੇ ਕਹਾਣੀਆਂ ਬਾਰੇ ਦੱਸਦੇ ਹਾਂ। ਇਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਏਸ਼ੀਆ ਦੇ ਦੋ ਸਭ ਤੋਂ ਵੱਡੇ ਦੇਸ਼ਾਂ ਵਿਚਕਾਰ ਸੰਘਰਸ਼ ਦੀ ਕਹਾਣੀ ਦੀ ਵਿਆਖਿਆ ਕਰਾਂਗੇ, ਭਾਰਤ ਅਤੇ ਚੀਨ। ਤਾਂ ਫਿਰ ਕੀ ਇਹ ਮਹਾਮਾਰੀ ਦੇ ਦੌਰਾਨ ਚੀਨ ਤੇ ਭਾਰਤ ਦੀ ਲੜਾਈ ਸ਼ੁਰੂ ਹੋਈ, ਜਾਂ ਫਿਰ ਇਹ ਇਸ ਲਈ ਸ਼ੁਰੂ ਹੋਈ ਕਿ ਚੀਨੀ ਉਤਪਾਦ ਜ਼ਿਆਦਾ ਦੇਰ ਤੱਕ ਨਹੀਂ ਚੱਲਦੇ। ਖੈਰ, ਭਾਰਤ ਚੀਨ ਦਾ ਕੌੜਾ ਰਿਸ਼ਤਾ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਚੀਨ ਯੁੱਗ ਦਾ ਹੈ ਅਤੇ ਮੁੱਖ ਕਾਰਨ ਹਮੇਸ਼ਾ ਰਿਹਾ ਹੈ ਖੇਤਰੀ ਸਰਹੱਦ, ਜਿਹੜੀ ਦੋਵੇਂ ਰਾਸ਼ਟਰਾਂ ਦੀ ਸਾਂਝੀ ਹੈ। ਆਓ ਪਹਿਲਾਂ ਇਸ ਗਾਥਾ ਦੇ ਪਿਛੋੜ ਨੂੰ ਵੇਖੀਏ। ਭਾਰਤ ਚੀਨ ਨਾਲ ਆਪਣੀ ਸਰਹੱਦਾਂ ਦੋ ਥਾਵਾਂ ਤੇ ਵੰਡਦਾ ਹੈ। ਉਹ ਹੈ ਸਿੱਕਿਮ ਦੇ ਨਾਲ ਪੂਰਬੀ ਮੋਰਚਾ, ਅਰੁਣਾਚਲ ਪ੍ਰਦੇਸ਼ ਤੋਂ ਮਿਆਂਮਾਰ ਤੱਕ, ਅਤੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਨਾਲ ਪੱਛਮੀ ਮੋਰਚਾ। ਹੈਰਾਨੀ ਦੀ ਗੱਲ ਇਹ ਹੈ, ਇਸ ਸਾਰੀ ਗਾਥਾ ਵਿੱਚ ਸਿਰਫ ਮਹਾਨ ਭਾਰਤੀ ਸਮਰਾਟ ਕਨਿਸ਼ਕ ਹੀ ਪ੍ਰਾਚੀਨ ਭਾਰਤੀ ਯੁੱਗ ਵਿੱਚ ਚੀਨ ਦੇ ਹਿੱਸਿਆਂ ਤੇ ਸਫਲਤਾਪੂਰਵਕ ਹਮਲਾ ਕਰਨ ਵਿੱਚ ਸਫਲ ਹੋ ਗਿਆ ਹੈ। ਉਸ ਤੋਂ ਬਾਅਦ ਸਾਰੇ ਮੱਧਯੁਗ ਸਮੇਂ ਅਤੇ ਆਧੁਨਿਕ ਯੁੱਗ ਵਿੱਚ ਮੁਗਲਾਂ, ਡੋਗਰਾ ਰਾਜਵੰਸ਼ ਅਤੇ ਬ੍ਰਿਟਿਸ਼ ਦੁਆਰਾ ਬਹੁਤ ਸਾਰੀਆਂ ਸਫਲ ਲੜਾਈਆਂ ਹੋਈਆਂ, ਪਰ ਕੋਈ ਵੀ ਉਹਨਾਂ ਦਾ ਸਾਮਰਾਜ ਚੀਨ ਤੱਕ ਨਹੀਂ ਵਧਾ ਸਕਿਆ। ਆਓ ਹੁਣ ਸਰਹੱਦ ਦੇ ਮੁੱਦੇ ਵਿੱਚ ਬ੍ਰਿਟਿਸ਼ ਦੀ ਭੂਮਿਕਾ ਬਾਰੇ ਵਿਚਾਰ ਕਰੀਏ। ਚੀਨ ਦੇ ਨਾਲ ਸਰਹੱਦੀ ਸੀਮਿਤ ਕਰਨ ਦੇ ਮੁੱਦੇ ਤੇ ਬਹੁਤ ਸਾਰੀਆਂ ਅਸਫਲ ਗੱਲਬਾਤ ਹੋਈ। ਫਿਰ ਸਾਲ 1865 ਵਿੱਚ ਇੱਕ ਬ੍ਰਿਟਿਸ਼ ਨੌਕਰਸ਼ਾਹ ਵਿਲੀਅਮ ਐਚ ਜੌਨਸਨ ਨੇ ਸਰਹੱਦੀ ਲਾਈਨ ਦਾ ਫੈਸਲਾ ਕੀਤਾ, ਜਿਸ ਨੂੰ ਜੌਨਸਨ ਲਾਈਨ ਕਿਹਾ ਜਾਂਦਾ ਸੀ। ਇਸ ਲਾਈਨ ਦੇ ਅਨੁਸਾਰ ਜੰਮੂ ਕਸ਼ਮੀਰ ਵਿੱਚ ਅਕਸਾਈ ਚੀਨ ਨਾਮ ਦੀ ਇੱਕ ਜਗ੍ਹਾ ਦਿਖਾਈ ਗਈ ਸੀ, ਜਿਵੇਂ ਕਿ ਤੁਸੀਂ ਜੰਮੂ ਕਸ਼ਮੀਰ ਦੇ ਨਕਸ਼ੇ ਵਿੱਚ ਵੇਖ ਸਕਦੇ ਹੋ, ਜੋ ਪਹਿਲਾਂ ਚੀਨ ਦੇ ਸ਼ਿਨਜਾਂਗ ਪ੍ਰਾਂਤ ਸੀ, ਕਿਉਂਕਿ ਇਹ ਜਗ੍ਹਾ ਖੁਦ ਮੁਖਤਿਆਰ ਸੀ ਅਤੇ ਚੀਨ ਦੇ ਸਿੱਧੇ ਨਿਯੰਤਰਣ ਵਿੱਚ ਨਹੀਂ। ਬ੍ਰਿਟਿਸ਼ ਇਸ ਨੂੰ ਆਪਣਾ ਕਬਜ਼ਾ ਲੈਣ ਵਿੱਚ ਕਾਮਯਾਬ ਰਹੇ। ਹਾਲਾਂਕਿ 1878 ਦੇ ਤੁਰੰਤ ਬਾਅਦ ਚੀਨ ਨੇ ਸ਼ਿਨਜਾਂਗ ਪ੍ਰਾਂਤ ਦਾ ਨਿਯੰਤਰਣ ਵਾਪਸ ਲੈ ਲਿਆ ਅਤੇ ਸਿੱਟੇ ਵਜੋਂ ਅਕਸਾਈ ਚੀਨ ਨੂੰ ਲੈ ਕੇ ਸਰਹੱਦ ਤਣਾਅ ਚੀਨ ਅਤੇ ਬ੍ਰਿਟਿਸ਼ ਭਾਰਤ ਵਿਚਕਾਰ ਸ਼ੁਰੂ ਹੋਇਆ। ਇਸ ਦੌਰਾਨ ਬ੍ਰਿਟਿਸ਼ ਵੀ ਚੀਨ ਨਾਲ ਸਰਹੱਦੀ ਵਿਵਾਦ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੁੰਦੇ ਸਨ, ਕਿਉਂਕਿ ਉਹਨਾਂ ਨੂੰ ਰੂਸ ਵੱਲੋਂ ਹਮਲਿਆਂ ਦਾ ਡਰ ਸੀ। ਸੋ ਇੱਕ ਬ੍ਰਿਟਿਸ਼ ਫੌਜੀ ਅਧਿਕਾਰੀ ਸਰ ਜੌਨ ਅਰਦਕਾ ਨੇ ਕੂਨ-ਲੂਨ ਪਹਾੜਾਂ ਦੇ ਨਾਲ ਅਤੇ ਯਾਰਕੰਦ ਨਦੀ ਦੇ ਉੱਤਰ ਵਿੱਚ ਜੌਨਸਨ ਲਾਈਨ ਅਤੇ ਸਮਾਂਤਰ ਇੱਕ ਸਰਹੱਦੀ ਰੇਖਾ ਦਾ ਪ੍ਰਸਤਾਵ ਦਿੱਤਾ। 19ਵੀਂ ਸਦੀ ਵਿੱਚ ਮੈਕਾਰਟਨੀ-ਮੈਕਡੋਨਲਡਜ਼ ਲਾਈਨ ਲਾਗੂ ਕੀਤੀ ਗਈ ਸੀ, ਜਿਸ ਦੇ ਅਨੁਸਾਰ ਅਕਸਾਈ ਚੀਨ ਦਾ ਇੱਕ ਬਹੁਤ ਵੱਡਾ ਹਿੱਸਾ ਸੰਬੰਧਿਤ ਸੀ। 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਚੀਨ ਨੂੰ ਅੰਦਰੂਨੀ ਬਗਾਵਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ। ਇਸ ਦੇ ਕਾਰਨ ਚੀਨ ਦੀ ਸਥਿਤੀ ਕਮਜ਼ੋਰ ਹੋ ਗਈ, ਕਿਉਂਕਿ ਅੰਦਰੂਨੀ ਰਾਜਨੀਤਿਕ ਗੜਬੜ ਸੀ। ਚੀਨ ਦੀ ਸਥਿਤੀ ਦਾ ਫਾਇਦਾ ਉਠਾਉਂਦਿਆਂ ਬ੍ਰਿਟਿਸ਼ ਨੇ ਪਹਿਲਾਂ ਜੌਨਸਨ ਲਾਈਨ ਉੱਤੇ ਮੁੜ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਅਨੁਸਾਰ ਪੂਰਾ ਅਕਸਾਈ ਚੀਨ ਨੂੰ ਭਾਰਤ ਦੇ ਨਕਸ਼ੇ ਵਿੱਚ ਦਿਖਾਇਆ ਗਿਆ ਸੀ। ਚੀਨ ਨੇ ਇਸ ਦਾ ਬਦਲਾ ਨਹੀਂ ਲਿਆ, ਹਾਲਾਂਕਿ ਬ੍ਰਿਟਿਸ਼ ਇਸ ਨੂੰ ਅਧਿਕਾਰਤ ਤੌਰ ਤੇ ਦੱਸਣ ਨੂੰ ਖੇਚਲ ਨਹੀਂ ਕਰ ਸਕਦੇ ਸਨ। ਇਹ ਸਥਿਤੀ 1947 ਵਿੱਚ ਭਾਰਤ ਦੀ ਆਜ਼ਾਦੀ ਤੱਕ ਕਾਇਮ ਰਹੀ। ਇਹ ਪੱਛਮੀ ਫਰੰਟ ਬਾਰੇ ਇਤਿਹਾਸ ਸੀ। ਹੁਣ ਆਓ ਵੇਖੀਏ ਕਿ ਭਾਰਤ ਚੀਨ ਦਾ ਸਰਹੱਦ ਦੇ ਪੂਰਬੀ ਮੋਰਚੇ ਭਾਵ ਸਿੱਕਿਮ ਤੋਂ ਅਰੁਣਾਚਲ ਪ੍ਰਦੇਸ਼ ਤੱਕ ਕੀ ਹੋਇਆ। 1826 ਵਿੱਚ ਬ੍ਰਿਟਿਸ਼ ਨੇ ਅਸਾਮ ਅਤੇ ਬਾਅਦ ਵਿੱਚੋਂ ਮਿਆਂਮਾਰ ਨੂੰ ਜਿੱਤ ਵੀ ਲਿਆ ਸੀ। ਇਸ ਦੌਰਾਨ ਉਹਨਾਂ ਨੇ ਅਸਾਮ ਅਤੇ ਦਾਰਜਲਿੰਗ ਵਿੱਚ ਚਾਹ ਦੀਆਂ ਵੱਡੀਆਂ ਅਸਟੇਟਾਂ ਬਣਾਈਆਂ ਸਨ। ਇਸ ਲਈ ਚਾਹ ਅਸਟੇਟਾਂ ਨੂੰ ਚੀਨ ਤੋਂ ਹੋਣ ਵਾਲੇ
ਕਿਸੇ ਵੀ ਅਨੁਮਾਨਿਤ ਹਮਲੇ ਤੋਂ ਬਚਾਉਣ ਲਈ ਉਹ ਇੱਕ ਸਰਹੱਦ ਦਾ ਨਿਰਮਾਣ ਕਰਨ ਚਾਹੁੰਦੇ ਸਨ। ਇਸ ਤਰ੍ਹਾਂ 1912 ਵਿੱਚ ਸ਼ਿਮਲਾ ਵਿੱਚ ਇੱਕ ਸੰਮੇਲਨ ਵਿੱਚ, ਜਿੱਥੇ ਬ੍ਰਿਟਿਸ਼ ਭਾਰਤ, ਚੀਨ ਅਤੇ ਤਿੱਬਤ ਨੇ ਹਿੱਸਾ ਲਿਆ ਸੀ, ਮੈਕਮੋਹਨ ਲਾਈਨ ਦੇ ਨਾਮ ਨਾਲ ਇੱਕ ਸਰਹੱਦੀ ਲਾਈਨ ਦੀ ਤਜਵੀਜ਼ ਦਿੱਤੀ ਗਈ ਸੀ। ਮੈਕਮੋਹਨ ਲਾਈਨ ਦੇ ਅਨੁਸਾਰ ਸਰਹੱਦ ਸਿੱਕਿਮ ਤੋਂ ਅਰੁਣਾਚਲ ਪ੍ਰਦੇਸ਼ ਦੇ ਰਸਤੇ ਮਿਆਂਮਾਰ ਤੱਕ ਫੈਲੀ। ਹਾਲਾਂਕਿ ਸ਼ਿਮਲਾ ਵਿੱਚ ਹੋਏ ਮੈਕਮੋਹਨ ਦੌਰਾਨ ਚੀਨ ਨੇ ਮੈਕਮੋਹਨ ਲਾਈਨ ਨੂੰ ਕੋਈ ਅਸਹਿਮਤੀ ਨਹੀਂ ਦਿਖਾਈ, ਪਰ ਬਾਅਦ ਵਿੱਚ ਉਹਨਾਂ ਨੇ ਇਸ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਵੀ ਮੈਕਮੋਹਨ ਲਾਈਨ ਬ੍ਰਿਟਿਸ਼ ਭਾਰਤ ਅਤੇ ਤਿੱਬਤ ਦੇ ਸਮਝੌਤੇ ਦੇ ਆਧਾਰ 'ਤੇ ਲਾਗੂ ਕੀਤੀ ਗਈ ਸੀ। ਨਾਲ ਹੀ 1914 ਵਿੱਚ ਤਿੱਬਤ ਨੇ ਚੀਨ ਤੋਂ ਆਪਣੀ ਆਜ਼ਾਦੀ ਦੀ ਘੋਸ਼ਣਾ ਕੀਤੀ ਅਤੇ ਪ੍ਰਚਲਿਤ ਅੰਦਰੂਨੀ ਬੇਚੈਨੀ ਦੇ ਕਾਰਨ ਚੀਨ ਕੋਈ ਪ੍ਰਤੀਕਿਰਿਆ ਨਹੀਂ ਕਰ ਸਕਦਾ ਸੀ। ਇਹ ਸਭ ਕੁਝ ਪੱਛਮੀ ਅਤੇ ਪੂਰਬੀ ਮੋਰਚਿਆਂ ਬਾਰੇ ਸੀ। ਭਾਰਤ ਦੀ ਆਜ਼ਾਦੀ ਤੱਕ ਭਾਰਤ ਚੀਨ ਸਰਹੱਦ ਦੇ 1940 ਦੇ ਅਖੀਰ ਵਿੱਚ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਭਾਰਤ ਚੀਨ ਸੰਬੰਧਾਂ ਵਿੱਚ ਸਕਾਰਾਤਮਕ ਦਿਸ਼ਾ ਵਿੱਚ ਕੁਝ ਤਬਦੀਲੀਆਂ ਵੇਖੀਆਂ ਗਈਆਂ। ਉਨ੍ਹਾਂ ਸਮਿਆਂ ਵਿੱਚ ਚੀਨ ਉੱਤੇ ਕੁਮਾਊਂਟਿੰਗ ਪਾਰਟੀ ਦਾ ਰਾਜ ਸੀ ਅਤੇ ਇਸ ਦੇ ਨੇਤਾ ਚਿਆਂਗ ਕਾਈ ਸ਼ੇਕ ਸਨ। ਉਸਨੇ ਇੱਕ ਵਾਰ ਬ੍ਰਿਟਿਸ਼ ਵਿਰੁੱਧ ਸੁਤੰਤਰਤਾ ਸੰਗਰਾਮ ਵਿੱਚ ਭਾਰਤ ਦਾ ਸਮਰਥਨ ਕਰਨ ਲਈ ਅਮਰੀਕਾ ਤੇ ਜ਼ੋਰ ਕੀਤਾ। ਇਸ ਲਈ ਭਾਰਤ ਦੇ ਪ੍ਰਮੁੱਖ ਨੇਤਾਵਾਂ ਨੇ ਚੀਨ ਤੋਂ ਇਸ ਸੰਬੰਧਿਤ ਇਸ਼ਾਰੇ ਦੀ ਪ੍ਰਤੀਕਿਰਿਆ ਕੀਤੀ। ਇਸ ਤੋਂ ਬਾਅਦ 1949 ਵਿੱਚ ਚੀਨੀ ਸ਼ਾਸਨ ਪਲਟ ਗਿਆ। ਇੱਕ ਅੰਦਰੂਨੀ ਘਰੇਲੂ ਯੁੱਧ ਦੇ ਨਾਲ ਅਤੇ ਮਾਓ ਜ਼ੇਡੋਂਗ ਅਗਵਾਈ ਵਾਲੀ ਚੀਨੀ ਕਮਿਊਨਿਸਟ ਪਾਰਟੀ ਨੇ ਇਸ ਸ਼ਾਸਨ ਨੂੰ ਸੰਭਾਲ ਲਿਆ। ਚਿਆਂਗ ਕਾਈ ਸ਼ੇਕ ਨੂੰ ਤਾਇਵਾਨ ਪੁੱਜਣਾ ਪਿਆ, ਜਦੋਂ ਕਿ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੇ ਸ਼ੁਰੂਆਤ ਵਿੱਚ ਚੀਨ ਵਿੱਚ ਇਸ ਨਵੀਂ ਸ਼ਾਸਨ ਦੀ ਮਹਾਨਤਾ ਦੀ ਨਿੰਦਾ ਕੀਤੀ, ਪਰ ਉਹਨਾਂ ਨੂੰ ਪਛਾਣਨ ਅਤੇ ਨਿਰੰਤਰਤਾ ਬਣਾਈ ਰੱਖਣ ਲਈ ਭਾਰਤ ਉਹਨਾਂ ਦੇਸ਼ਾਂ ਵਿੱਚੋਂ ਇੱਕ ਸੀ। ਸਾਲ 1950 ਵਿੱਚ ਚੀਨ ਨੇ ਤਿੱਬਤ ਨੂੰ ਜਿੱਤ ਲਿਆ। ਭਾਰਤ ਵਿੱਚ ਇਸ ਬਾਰੇ ਦੋ ਵੱਖਰੀਆਂ ਪ੍ਰਤੀਕਿਰਿਆ ਸਨ। ਜਦੋਂ ਇੱਕ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਇਸ ਨੂੰ ਚੀਨ ਦਾ ਅੰਦਰੂਨੀ ਮੁੱਦਾ ਮੰਨਦੇ ਸਨ, ਉਸ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ ਮੰਨਣਾ ਸੀ ਕਿ ਭਾਰਤ ਨੂੰ ਤਿੱਬਤ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਚੀਨ ਨੂੰ ਚੀਨ ਦੇ ਇਰਾਦਿਆਂ ਦੀ ਨਿੰਦਾ ਕਰਨੀ ਚਾਹੀਦੀ ਹੈ। ਆਓ ਆਪਾਂ ਉਹਨਾਂ ਕਾਰਨਾਂ ਦਾ ਮੁਲਾਂਕਣ ਕਰੀਏ ਜੋ ਨਹਿਰੂ ਨੂੰ ਚੀਨ ਵਿੱਚ ਵਿਸ਼ਵਾਸ ਸੀ ਅਤੇ ਚੀਨ ਦੇ ਭਾਰਤ ਨਾਲ ਪਿਆਰ ਕਿਉਂ ਸੀ। ਬ੍ਰਿਟਿਸ਼ ਦੁਆਰਾ ਦੋਵਾਂ ਦੇਸ਼ਾਂ ਦੇ ਸਿੱਧੇ ਜਾਂ ਅਸਿੱਧੇ ਤੌਰ ਤੇ ਦਬਾਅ। ਦੋਨਾਂ ਦੇਸ਼ਾਂ ਨੇ ਰਵਾਇਤੀ, ਵਿੱਤੀ, ਧਾਰਮਿਕ ਅਤੇ ਸੱਭਿਆਚਾਰਕ ਸੰਬੰਧ ਸਾਂਝੇ ਕੀਤੇ। ਉਹਨਾਂ ਦਾ ਵਿਸ਼ਵਾਸ ਸੀ ਕਿ ਉਹ ਇਕਜੁੱਟ ਹੋ ਕੇ ਵਿਸ਼ਵ ਵਿਆਪੀ ਸ਼ਕਤੀਆਂ ਦਾ ਵਿਰੁੱਧ ਖੜੇ ਹੋ ਸਕਦੇ ਸਨ। USA ਪਾਕਿਸਤਾਨ ਸੰਗ ਚਿੰਤਾ ਦਾ ਇੱਕ ਆਮ ਕਾਰਨ ਸੀ। ਨਹਿਰੂ ਉਸ ਦੀ ਸਮਾਜਵਾਦੀ ਤਸਵੀਰ, ਭਾਰਤ ਦੀ ਗੈਰ ਗੱਠਜੋੜ ਦੀ ਲਹਿਰ ਅਤੇ ਇਸ ਤੱਥ ਨੂੰ ਨਹਿਰੂ ਨੇ ਚੀਨ ਦੇ ਇੱਕ ਹਿੱਸੇ ਵਜੋਂ ਸਵੀਕਾਰਿਆ ਸੀ। ਚੀਨ ਦੇ ਵਿਚਾਰਾਂ ਦਾ ਇੱਕ ਸਮਾਨਤਾ ਵੇਖੀ ਗਈ। 1994 ਵਿੱਚ ਨਹਿਰੂ ਨੇ ਵੀ ਤਿੱਬਤ ਦੀ ਪ੍ਰਭੁੱਤਾ ਦਾ ਸਵੀਕਾਰ ਕਰਨ ਲਈ ਚੀਨ ਤੇ ਜ਼ੋਰ ਦਿੱਤਾ ਅਤੇ ਬਾਅਦ ਵਿੱਚ ਸ਼ੰਘਾਈ ਸਹੀ ਵਜੂਦ ਲਈ ਪੰਚਸ਼ੀਲ ਸਮਝੌਤੇ ਤੇ ਦਸਤਖਤ ਕੀਤੇ। ਸਿੱਟੇ ਵਜੋਂ ਕੁਝ ਸਮੇਂ ਲਈ ਭਾਰਤ ਅਤੇ ਚੀਨ ਵਿਚਕਾਲੇ ਦੋਸਤਾਨਾ ਸੰਬੰਧ ਰਿਹਾ। 1956 ਵਿੱਚ ਚੀਨੀ ਪ੍ਰਧਾਨ ਮੰਤਰੀ ਜ਼ਹੂ ਐਨਾਲਾਈ ਭਾਰਤ ਦਾ ਦੌਰਾ ਕੀਤਾ। ਭਾਰਤੀਆਂ ਨੇ ਉਸ ਦਾ ਹਿੰਦੀ ਚੀਨੀ ਬਾਈ ਭਾਵ ਭਾਰਤ ਚੀਨ ਭਾਈਚਾਰੇ ਦੇ ਨਾਅਰਿਆਂ ਨਾਲ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਹਾਲਾਂਕਿ ਸ਼ਾਂਤੀ ਬਹੁਤ ਦੇਰ ਨਹੀਂ ਰਹੀ। 1997 ਵਿੱਚ ਚੀਨੀ ਜ਼ੁਲਮ ਦੇ ਵਿਰੁੱਧ ਨੂੰ ਦਬਾਉਣ ਲਈ ਚੀਨ ਨੇ ਗੁਪਤ ਰੂਪ ਵਿੱਚ ਅਕਸਾਈ ਚੀਨ ਤੋਂ ਤਿੱਬਤ ਤੱਕ ਇੱਕ ਸੜਕ ਬਣਾਈ ਅਤੇ ਇਸ ਨੂੰ ਚੀਨੀ ਨਕਸ਼ੇ ਵਿੱਚ ਦਿਖਾਇਆ ਗਿਆ। ਇਹ ਭਾਰਤ ਅਤੇ ਚੀਨ ਵਿਚਕਾਲੇ ਅਸਲ ਟਕਰਾਅ ਦੀ ਸ਼ੁਰੂਆਤ ਸੀ। ਨਹਿਰੂ ਅਤੇ ਜ਼ਹੂ ਐਨਾਲਾਈ ਦੀ ਇਸ ਵਿਸ਼ੇ ਉੱਤੇ ਕਈ ਬਹਿਸਾਂ ਹੋਈਆਂ। ਜਦੋਂ ਇਹ ਜਾਣਕਾਰੀ ਫੈਲਣ ਲੱਗੀ ਤਾਂ ਇਸ ਨੇ ਦੇਸ਼ ਵਿੱਚ ਗੜਬੜ ਪੈਦਾ ਕਰ ਦਿੱਤੀ ਅਤੇ ਵਿਰੋਧੀ ਨੇਤਾਵਾਂ ਅਤੇ ਜਨਤਾ ਨੇ ਨਹਿਰੂ ਉੱਤੇ ਵਿਆਖਿਆ ਲਈ ਦਬਾਅ ਪਾਇਆ।
1959 ਵਿੱਚ ਨਹਿਰੂ ਨੇ ਸੰਸਦ ਵਿੱਚ ਇਸ ਮੁੱਦੇ ਉੱਤੇ ਇੱਕ ਵਿਸਥਾਰਤ ਰਿਪੋਰਟ ਦਿੱਤੀ। ਇਸ ਦੌਰਾਨ ਤਿੱਬਤ ਦੇ ਧਾਰਮਿਕ ਗੁਰੂ ਦਲਾਈ ਲਾਮਾ ਨੇ ਚੀਨ ਦੇ ਵਿਰੁੱਧ ਸਹਾਇਤਾ ਦੀ ਮੰਗ ਕਰਦਿਆਂ ਭਾਰਤ ਦਾ ਦੌਰਾ ਕੀਤਾ। ਜੈ ਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ ਅਤੇ ਭਾਰਤੀ ਜਨਤਾ ਵਰਗੇ ਬਹੁਤ ਸਾਰੇ ਭਾਰਤੀ ਨੇਤਾਵਾਂ ਨੇ ਦਲਾਈ ਲਾਮਾ ਦੇ ਉਦੇਸ਼ ਲਈ ਆਵਾਜ਼ ਉਠਾਈ। ਇਸ ਦੇ ਮੱਦੇਨਜ਼ਰ ਨਹਿਰੂ ਨੇ ਹਮਲਾਵਰ ਕਾਰਵਾਈ ਅਪਣਾਉਣੀ ਪਈ ਅਤੇ ਇਸ ਤਰ੍ਹਾਂ ਭਾਰਤ ਨੇ ਪੂਰਬੀ ਅਤੇ ਪੱਛਮੀ ਸਰਹੱਦਾਂ ਤੇ ਗਸ਼ਤ ਪਾਰਟੀ ਤਾਇਨਾਤ ਕੀਤੀ। ਇਸ ਤੋਂ ਬਾਅਦ ਭਾਰਤ ਅਤੇ ਚੀਨੀ ਗਸ਼ਤ ਪਾਰਟੀਆਂ ਵਿਚਕਾਲੇ ਕਈ ਝੜਪਾਂ ਹੋਈਆਂ। ਸਭ ਤੋਂ ਖਤਰਨਾਕ ਟਕਰਾਅ 20 ਅਕਤੂਬਰ 1959 ਨੂੰ ਕਾਂਗਰਾ ਪਾਸ ਵਿਖੇ, ਜਿੱਥੇ ਭਾਰਤੀ ਗਸ਼ਤ ਪਾਰਟੀ ਨੇ ਚੀਨੀ ਗਸ਼ਤ ਪਾਰਟੀ ਤੇ ਹਮਲਾ ਕੀਤਾ ਸੀ ਅਤੇ CRPF ਦੇ 9 ਜਵਾਨ ਸ਼ਹੀਦ ਹੋਏ ਸਨ। ਇਸ ਦਿਨ ਦੀ ਯਾਦ ਵਿੱਚ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ। ਇਹ ਘਟਨਾ ਨੇ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦੁਆਰਾ ਭਾਰਤ ਸਰਕਾਰ ਨੂੰ ਹੋਰ ਦਬਾਅ ਪਾਇਆ। ਸਿੱਟੇ ਵਜੋਂ ਨਹਿਰੂ ਨੇ ਹੋਰ ਕਦਮ ਚੁੱਕੇ, ਜਿਵੇਂ ਫੌਜੀ ਚੌਂਕੀਆਂ ਦਾ ਨਿਰਮਾਣ ਅਤੇ ਸਰਹੱਦਾਂ ਉੱਤੇ 9 ਮੈਨਸ ਦੀ ਪਾਰਟੀ ਤੇ ਭਾਰਤੀ ਫੌਜ ਦੀ ਤਾਇਨਾਤੀ। ਦੂਜੇ ਪਾਸੇ ਜ਼ਹੂ ਐਨਾਲਾਈ ਨੇ ਸਰਹੱਦੀ ਝੜਪਾਂ ਤੋਂ ਬਚਣ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ 20 ਕਿਲੋਮੀਟਰ ਦੀ ਦੂਰੀ ਤੇ ਵਾਪਸ ਲੈਣ ਦਾ ਪ੍ਰਸਤਾਵ ਦਿੱਤਾ। ਇਹ ਪ੍ਰਸਤਾਵ ਨੂੰ ਨਹਿਰੂ ਸਰਕਾਰ ਨੇ ਠੁਕਰਾ ਦਿੱਤਾ ਕਿਉਂਕਿ ਸਮਝੌਤਾ ਕੋਈ ਵੀ ਹੱਲ ਨਹੀਂ ਸੀ। ਇੱਕ ਅੰਤਮ ਯਤਨ ਦੇ ਤੌਰ ਤੇ 1960 ਵਿੱਚ ਜ਼ਹੂ ਐਨਾਲਾਈ ਨੇ ਦੁਬਾਰਾ ਭਾਰਤ ਦਾ ਦੌਰਾ ਕੀਤਾ, ਪਰ ਇਸ ਵਾਰ ਭਾਰਤੀ ਲੋਕ ਗੁੱਸੇ ਵਿੱਚ ਸਨ ਅਤੇ ਹਿੰਦੀ ਚੀਨੀ ਬਾਈ ਜਿਸ ਦਾ ਅਰਥ ਹੈ ਇੰਡੀਆ ਚਾਈਨਾ ਬਾਈ ਦਾ ਨਾਰਾ ਲਗਾ ਰਹੇ ਸਨ। ਹਾਲਾਂਕਿ ਜ਼ਹੂ ਐਨਾਲਾਈ 7 ਦਿਨ ਭਾਰਤ ਰਹੇ ਅਤੇ ਨਹਿਰੂ ਅਤੇ ਉਹਨਾਂ ਦੇ ਕੈਬਨਿਟ ਮੰਤਰੀ ਨਾਲ ਲੰਬੀ ਗੱਲਬਾਤ ਕੀਤੀ, ਜਿਵੇਂ ਗ੍ਰਹਿ ਮੰਤਰੀ ਗੋਵਿੰਦ ਵੱਲਭ ਪੰਤ, ਵਿੱਤ ਮੰਤਰੀ ਮੋਰਾਰਜੀ ਦੇਸਾਈ ਅਤੇ ਉਪ ਰਾਸ਼ਟਰਪਤੀ S ਰਾਧਾ ਕ੍ਰਿਸ਼ਨਨ। ਪਰ ਮੀਟਿੰਗਾਂ ਦਾ ਨਤੀਜਾ ਗੈਰ ਲਾਭਕਾਰੀ ਸੀ। ਜ਼ਹੂ ਐਨਾਲਾਈ ਨੂੰ ਚੀਨ ਵਾਪਸ ਜਾਣਾ ਪਿਆ। ਜਲਦੀ ਹੀ ਚੀਨ ਨੇ ਭਾਰਤ ਬਾਰੇ ਆਪਣਾ ਝੂਠਾ ਪ੍ਰਚਾਰ ਸ਼ੁਰੂ ਕਰਦਿਆਂ ਦਾਅਵਾ ਕੀਤਾ ਕਿ ਭਾਰਤ ਅਸਲ ਏਜੰਡੇ ਤੋਂ ਭਟਕ ਰਿਹਾ ਹੈ, ਕਿ ਭਾਰਤ ਸਰਮਾਏਦਾਰੀ ਵੱਲ ਵਧ ਰਿਹਾ ਹੈ, ਬੂਰਜੁਆਦੀ ਦਾ ਪ੍ਰਭਾਵ ਭਾਰਤ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਹੋਰ ਵੀ। ਇਸ ਗੜਬੜ ਦੇ ਵਿਚਕਾਰ ਚੀਨ ਨੇ ਗੁਪਤ ਰੂਪ ਵਿੱਚ ਜੰਗ ਦੀ ਸ਼ੁਰੂਆਤ ਕਰ ਦਿੱਤੀ। ਨਹਿਰੂ ਅਤੇ ਭਾਰਤ ਹਾਲਾਂਕਿ ਦੁਬਿਧਾ ਵਿੱਚ ਰਹੇ ਕਿ ਯੁੱਧ ਸ਼ੁਰੂ ਕਰਨਾ ਹੈ ਜਾਂ ਸਮਝੌਤਾ ਕਰਨਾ ਹੈ। ਹਾਲਾਂਕਿ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀ ਸਾਰੇ ਇਕਜੁੱਟ ਸਨ ਅਤੇ ਚੀਨ ਨਾਲ ਸਮਝੌਤਾ ਨਾ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਭਾਰਤ ਲਈ ਦੂਸਰਾ ਵਿਕਲਪ ਸੀ ਪੱਛਮੀ ਦੇਸ਼ਾਂ ਨਾਲ ਮਿਲ ਕੇ ਲੜਾਈ ਲਈ ਭਾਰਤ ਦੀ ਸੈਨਿਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ, ਜਿਸ ਲਈ ਨਾ ਨਹਿਰੂ ਅਤੇ ਨਾ ਹੀ ਰੱਖਿਆ ਮੰਤਰੀ ਕ੍ਰਿਸ਼ਨ ਮੈਨਨ ਤਿਆਰ ਸਨ। ਫਿਰ 1962 ਵਿੱਚ ਮਹੱਤਵਪੂਰਨ ਸਾਲ ਆਇਆ। ਜੁਲਾਈ 1962 ਵਿੱਚ ਮਸ਼ਹੂਰ ਗਵਾਲਨ ਵੈਲੀ ਵਿੱਚ ਭਾਰਤ ਅਤੇ ਚੀਨ ਵਿਚਕਾਲੇ ਝੜਪ ਹੋਈ ਅਤੇ ਉਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੇ ਖਾਂਗ ਲਾ ਰਾਹ ਵਿੱਚ ਇੱਕ ਝੜਪ ਹੋਈ। ਇਸ ਦੇ ਬਾਅਦ 19-20 ਅਕਤੂਬਰ 1962 ਨੂੰ ਪੂਰਬੀ ਅਤੇ ਪੱਛਮੀ ਫਰੰਟ ਦੋਵਾਂ ਤੇ ਹਮਲਾ ਹੋਇਆ। ਚੀਨ ਦਾ ਹਮਲਾ ਕਾਫੀ ਤੀਬਰ ਸੀ ਅਤੇ ਭਾਰਤ ਇਸ ਲਈ ਤਿਆਰ ਨਹੀਂ ਸੀ। 24 ਅਕਤੂਬਰ 1962 ਨੂੰ ਚੀਨ ਨੇ ਹਮਲੇ ਨੂੰ ਇੱਕ ਤਰਫਾ ਹੋਰ ਦਿੱਤਾ ਅਤੇ ਜ਼ਹੂ ਐਨਾਲਾਈ ਨੇ ਸਰਹੱਦ ਤੋਂ 20 ਕਿਲੋਮੀਟਰ ਪਿੱਛੇ ਜਾਣ ਲਈ ਇੱਕ ਲੜਾਈ ਦਾ ਪ੍ਰਸਤਾਵ ਦਿੱਤਾ। ਹਾਲਾਂਕਿ ਨਹਿਰੂ ਨੇ ਇਸ ਪ੍ਰਸਤਾਵ ਨੂੰ ਨਕਾਰ ਦਿੱਤਾ ਅਤੇ ਪੱਛਮੀ ਦੇਸ਼ਾਂ ਨੂੰ ਸਹਾਇਤਾ ਦੀ ਮੰਗ ਕੀਤੀ, ਜਦੋਂ ਕਿ ਅਮਰੀਕਾ ਅਤੇ ਬ੍ਰਿਟੇਨ ਹਥਿਆਰ ਅਤੇ ਗੋਲਾ ਬਾਰੂਦ ਭੇਜਣ ਲਈ ਸਹਿਮਤ ਹੋਏ। ਫਰਾਂਸ ਅਤੇ ਕੈਨੇਡਾ ਨੇ ਵੀ ਭਾਰਤ ਨਾਲ ਸਹਿਯੋਗ ਵਧਾਇਆ। ਇਹਨਾਂ ਗੱਠਜੋੜ ਦੇ ਮੱਦੇਨਜ਼ਰ 15 ਨਵੰਬਰ 1962 ਨੂੰ ਚੀਨ ਨੇ ਦੁਬਾਰਾ ਭਾਰਤ ਉੱਤੇ ਹਮਲਾ ਕੀਤਾ, ਅਰੁਣਾਚਲ ਪ੍ਰਦੇਸ਼ ਨੂੰ ਜਿੱਤ ਲਿਆ ਅਤੇ ਅਸਾਮ ਦੇ ਮੈਦਾਨ ਵਿੱਚ ਦਾਖਲ ਹੋਏ। ਫਿਰ ਚੀਨ ਨੇ ਇੱਕ ਲੜਾਈ ਦਾ ਐਲਾਨ ਕੀਤਾ। ਚੀਨੀ ਫੌਜ ਪੱਛਮੀ ਫਰੰਟ ਵਿੱਚ ਅਕਸਾਈ ਚੀਨ ਵੱਲ ਅਤੇ ਪੂਰਬੀ ਫਰੰਟ ਵਿੱਚ ਮੈਕਮੋਹਨ ਲਾਈਨ ਦੇ ਉੱਤਰ ਵੱਲ ਚਲੀ ਗਈ। ਆਓ ਹੁਣ ਇਸ ਤੱਥ ਨੂੰ ਸਮਝਦੇ ਹਾਂ ਕਿ ਚੀਨ ਨੇ ਯੁੱਧ ਲਈ ਇਸ ਸਮੇਂ ਦਾ ਚੋਣ ਕਿਉਂ ਕੀਤਾ।
ਪਹਿਲਾ ਕਾਰਨ ਇਹ ਹੈ ਕਿ ਭਾਰਤ ਪੱਛਮੀ ਦੇਸ਼ਾਂ ਤੋਂ ਸਹਾਇਤਾ ਦੀ ਮੰਗ ਕਰ ਰਿਹਾ ਸੀ ਅਤੇ ਇਸ ਮਿਆਦ ਦੇ ਦੌਰਾਨ ਦੋ ਮੁਹਾ ਸ਼ਕਤੀਆਂ ਅਮਰੀਕਾ ਅਤੇ ਰੂਸ ਕਿਊਬਾ ਵਿੱਚ ਸ਼ੀਤ ਯੁੱਧ ਵਿੱਚ ਇੱਕ ਦੂਜੇ ਨਾਲ ਟਕਰਾਉਣ ਵਿੱਚ ਰੁੱਝੇ ਹੋਏ ਸਨ। ਦੂਜਾ, ਮਾਓ ਜ਼ੇਡੋਂਗ ਅਤੇ ਚੀਨੀ ਹਾਕਮ ਧਿਰ ਦੀਆਂ ਹਮਲਾਵਰ ਨੀਤੀਆਂ ਕਾਰਨ ਚੀਨ ਦੀ ਆਰਥਿਕ ਸਥਿਤੀ ਵਿਗੜਦੀ ਜਾ ਰਹੀ ਸੀ, ਜਿਸ ਕਾਰਨ ਕੌਮੀ ਅੰਤਰਰਾਸ਼ਟਰੀ ਪੈਦਾ ਹੋਈ। ਦੇਸ਼ ਵਿਆਪੀ ਹੰਗਾਮੇ ਤੋਂ ਬਚਣ ਲਈ ਚੀਨ ਨੇ ਭਾਰਤ ਨਾਲ ਲੜਾਈ ਨੂੰ ਆਪਣੇ ਰਾਸ਼ਟਰਵਾਦ ਵਜੋਂ ਗਲਤ ਪ੍ਰਸਤੁਤ ਕੀਤਾ। ਨਾਲ ਹੀ ਚੀਨ ਨੂੰ ਡਰ ਸੀ ਕਿ ਰੂਸ ਵੀ ਭਾਰਤ ਦੀ ਸਹਾਇਤਾ ਕਰ ਸਕਦਾ ਹੈ, ਕਿਉਂਕਿ ਰੂਸ ਦੀ ਰਾਸ਼ਟਰਪਤੀ ਨਿਕਿਤਾ ਖੁਸ਼ਚੇਵ ਨੇ ਆਪਣੀ ਇੱਕ ਚੀਨ ਫੇਰੀ ਦੌਰਾਨ ਮਾਓ ਜ਼ੇਡੋਂਗ ਨੂੰ ਭਾਰਤ ਨਾਲ ਸਰਹੱਦੀ ਮੁੱਦਿਆਂ ਨੂੰ ਸੁਲਝਾਉਣ ਲਈ ਜ਼ੋਰ ਦਿੱਤਾ ਸੀ। ਇੱਕ ਹੋਰ ਕਾਰਨ ਇਹ ਹੈ ਕਿ ਚੀਨ ਦਾ ਮੰਨਣਾ ਸੀ ਕਿ ਉਹਨਾਂ ਦੇ ਵਿਰੁੱਧ ਤਿੱਬਤ ਵਿੱਚ ਹੋ ਰਹੇ ਪ੍ਰਦਰਸ਼ਨਾਂ ਨੂੰ ਭਾਰਤ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ, ਕਿਉਂਕਿ ਭਾਰਤ ਤਿੱਬਤ ਅਤੇ ਦਲਾਈ ਲਾਮਾ ਦਾ ਸਮਰਥਨ ਕਰਦਾ ਆ ਰਿਹਾ ਸੀ। ਹੁਣ ਆਓ ਵੇਖੀਏ ਕਿ ਚੀਨ ਨੇ ਕਿਸ ਤਰ੍ਹਾਂ ਜਗਬੰਦੀ ਦੀ ਮੰਗ ਕੀਤੀ ਅਤੇ ਯੁੱਧ ਕਰਨ ਦਾ ਪ੍ਰਸਤਾਵ ਦਿੱਤਾ। ਜਿਵੇਂ ਕਿ ਭਾਰਤ ਨੂੰ ਪੱਛਮੀ ਦੇਸ਼ਾਂ ਦੀ ਸਹਾਇਤਾ ਮਿਲ ਰਿਹਾ ਸੀ, ਚੀਨ ਨੂੰ ਡਰ ਸੀ ਕਿ ਇਹ ਯੁੱਧ ਦੇ ਸੰਤੁਲਨ ਨੂੰ ਖਰਾਬ ਕਰ ਸਕਦਾ ਹੈ, ਕਿਉਂਕਿ ਉਸ ਸਮੇਂ ਚੀਨ ਕੋਈ ਸਮਾਂ ਸ਼ਕਤੀ ਨਹੀਂ ਸੀ ਅਤੇ ਦੋਵਾਂ ਦੇਸ਼ਾਂ ਦੀ ਫੌਜੀ ਅਤੇ ਆਰਥਿਕ ਤਾਕਤ ਇੱਕੋ ਜਿਹੀ ਸੀ। ਹਾਲਾਂਕਿ ਭੂਗੋਲਿਕ ਅਤੇ ਰਾਜਨੀਤਿਕ ਕਾਰਨਾਂ ਕਰਕੇ ਚੀਨ ਨੇ ਨਵੰਬਰ 1962 ਵਿੱਚ ਹਮਲਾ ਰੋਕ ਦਿੱਤਾ ਸੀ। ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਸੀ ਅਤੇ ਬਰਫ਼ਬਾਰੀ ਅਤੇ ਬਰਫ਼ ਨਾਲ ਭਰੇ ਰਾਹਾਂ ਨੂੰ ਉਹਨਾਂ ਨੇ ਯੁੱਧ ਦੀਆਂ ਲਿਸਟਾਂ ਨੂੰ ਰੋਕ ਦਿੱਤਾ। ਇਸ ਤੋਂ ਇਲਾਵਾ ਇਸ ਸਮੇਂ ਤੱਕ ਚੀਨ ਨੇ ਭਾਰਤ ਦੇ ਖੇਤਰਾਂ ਨੂੰ ਪਹਿਲਾਂ ਹੀ ਕਬਜ਼ੇ ਵਿੱਚ ਕਰ ਲਿਆ ਸੀ, ਜੋ ਉਹਨਾਂ ਲਈ ਰਾਜਨੀਤਿਕ ਮਹੱਤਵ ਰੱਖਦੇ ਹਨ। ਹੁਣ ਆਓ ਆਪਾਂ ਇੱਕ ਮੁਲਾਂਕਣ ਕਰੀਏ ਕਿ ਚੀਨ ਨੇ ਯੁੱਧ ਨੂੰ ਕਿਵੇਂ ਜਿੱਤਿਆ। ਹਾਲਾਂਕਿ ਉਸ ਸਮੇਂ ਦੋਵਾਂ ਦੇਸ਼ਾਂ ਦੀ ਇੱਕੋ ਜਿਹੀ ਫੌਜੀ ਅਤੇ ਆਰਥਿਕ ਤਾਕਤ ਸੀ, ਜਦੋਂ ਕਿ ਭਾਰਤ ਦੂਜਾ ਚੀਨ ਲਗਭਗ 2 ਸਾਲਾਂ ਤੋਂ ਯੁੱਧ ਦੀ ਤਿਆਰੀ ਕਰ ਰਿਹਾ ਸੀ। ਉਹ ਸਿਰਫ ਹੜਤਾਲ ਦੇ ਸਹੀ ਸਮੇਂ ਦੀ ਉਡੀਕ ਕਰ ਰਿਹਾ ਸੀ। ਦੂਸਰਾ ਕਾਰਨ ਇਹ ਹੈ ਕਿ ਭਾਰਤ ਦੀ ਤੁਲਨਾ ਵਿੱਚ ਚੀਨ ਦੀ ਸੈਨਾ ਲਗਭਗ 5 ਗੁਣਾ ਸੀ। ਉਹ ਚੰਗੀ ਤਰ੍ਹਾਂ ਸਿਖਿਆਤ ਸਨ ਅਤੇ ਰੂਸ ਦੇ ਅਗਿਆਤ ਕੀਤੇ ਗਏ ਸਭ ਤੋਂ ਉન્નਤ ਸੈਨਿਕ ਹਥਿਆਰਾਂ ਦੀ ਵਰਤੋਂ ਕਰਦੇ ਸਨ। ਤੀਜੀ ਗੱਲ, ਚੀਨੀ ਫੌਜ ਕੋਲ ਪਹਾੜੀ ਪ੍ਰਦੇਸ਼ਾਂ ਉੱਤੇ ਲੜਨ ਦਾ ਪਿਛਲਾ ਤਜਰਬਾ ਸੀ। ਉਹ ਪਹਾੜਾਂ ਤੇ ਤਿੱਬਤ ਦੇ ਬਾਗੀਆਂ ਨਾਲ ਲੜ ਰਹੇ ਸਨ, ਜਦੋਂ ਕਿ ਭਾਰਤੀ ਫੌਜ ਕੋਲ ਪਹਾੜਾਂ ਉੱਤੇ ਜੰਗ ਦਾ ਕੋਈ ਪਿਛਲਾ ਤਜਰਬਾ ਨਹੀਂ ਸੀ। ਚੌਥਾ ਕਾਰਨ ਇਹ ਹੈ ਕਿ ਚੀਨੀ ਫੌਜ ਦਾ ਇੱਕ ਭੂਗੋਲਿਕ ਲਾਭ ਸੀ, ਕਿਉਂਕਿ ਉਹਨਾਂ ਦੇ ਪਾਸੇ ਵੱਲੋਂ ਪਹਾੜ ਘੱਟ ਖੜੇ ਸਨ, ਇਸ ਲਈ ਉਹ ਯੁੱਧ ਯੰਤਰ ਆਸਾਨੀ ਨਾਲ ਪੁਜਾ ਸਕਦੇ ਸਨ, ਜਦੋਂ ਕਿ ਭਾਰਤ ਮੋਰਚੇ ਤੇ ਪਹਾੜ ਗੜਬੜ ਰਹੇ ਸਨ ਅਤੇ ਚੜ੍ਹਨਾ ਮੁਸ਼ਕਿਲ ਸੀ। ਨਾਲ ਹੀ ਚੀਨੀ ਚੌਕੀਆਂ ਇੱਕ ਉਚਾਈ ਤੇ ਸਨ, ਜਿੱਥੋਂ ਉਹ ਆਸਾਨੀ ਨਾਲ ਭਾਰਤ ਚੌਕੀਆਂ ਤੇ ਫਾਇਰ ਕਰ ਸਕਦੇ ਸਨ। ਆਖਰਕਾਰ ਭਾਰਤ ਦੀ ਰਾਹ ਦਾ ਸਭ ਤੋਂ ਮੰਦਭਾਗਾ ਕਾਰਨ ਨਿਯੰਤਰਣ ਦੀ ਘਾਟ ਸੀ। ਇਸ ਤੋਂ ਉਲਟ ਭਾਰਤ ਵਿੱਚ ਰਾਜਨੀਤਿਕ ਏਕਤਾ ਦੀ ਘਾਟ ਸੀ। ਨਹਿਰੂ ਸ਼ਾਸਨ ਦੇ ਆਪਣੇ ਆਖਰੀ ਪਹਾੜ ਤੇ ਸਨ। ਰੱਖਿਆ ਮੰਤਰੀ ਕ੍ਰਿਸ਼ਨ ਮੈਨਨ ਸੈਨਾ ਦੇ ਮੁਖੀਆਂ ਨਾਲ ਚੰਗੇ ਨਹੀਂ ਸਨ ਅਤੇ ਪੱਛਮੀ ਭਾਰਤ ਸੈਨਾ ਦੇ ਸਾਰੇ ਕਮਾਂਡਰ ਜਨਰਲ ਬ੍ਰਿਜ ਮੋਹਨ ਕੋਲ ਭਾਰਤੀ ਫੌਜੀ ਦੀ ਅਗਵਾਈ ਕਰਨ ਲਈ ਅਨੁਚਿਤ ਸਨ, ਕਿਉਂਕਿ ਉਹ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਸਨ। ਇਹ ਉਹ ਕਾਰਨ ਸਨ ਜੋ 1962 ਦੇ ਚੀਨ ਭਾਰਤ ਯੁੱਧ ਵਿੱਚ ਚੀਨ ਦੀ ਜਿੱਤ ਦਾ ਕਾਰਨ ਬਣੇ। 1962 ਦੀ ਜੰਗ ਤੋਂ ਬਾਅਦ ਭਾਰਤ ਅਤੇ ਚੀਨ ਵਿਚਕਾਲੇ ਝੜਪਾਂ ਹੁੰਦੀਆਂ ਰਹੀਆਂ। 1963 ਵਿੱਚ ਚੀਨ ਅਤੇ ਪਾਕਿਸਤਾਨ ਨੇ ਇੱਕ ਸਮਝੌਤਾ ਕੀਤਾ ਸੀ। ਇਸ ਸਮਝੌਤੇ ਅਨੁਸਾਰ ਪਾਕਿਸਤਾਨ ਦੇ ਗਿਲਗਿਤ ਬਾਲਟਿਸਤਾਨ ਵਿੱਚ 5180 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਚੀਨ
ਚੀਨ ਨੂੰ ਸੌਂਪ ਦਿੱਤਾ। ਭਾਰਤ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ ਕਿਉਂਕਿ ਇਹ ਖੇਤਰ ਭਾਰਤੀ ਖੇਤਰ ਦਾ ਅਧੀਨ ਆਉਂਦੇ ਸਨ। ਸਿੱਟੇ ਵਜੋਂ ਝੜਪਾਂ ਸ਼ੁਰੂ ਹੋ ਗਈਆਂ ਅਤੇ 1965 ਵਿੱਚ ਸਿੱਕਿਮ ਦੇ ਨਾਥੂਲਾ ਵਿੱਚ ਇੱਕ ਵੱਡਾ ਟਕਰਾਅ ਹੋਇਆ। ਹਾਲਾਂਕਿ ਸਿੱਕਿਮ ਉਸ ਸਮੇਂ ਭਾਰਤ ਵਿੱਚ ਨਹੀਂ ਸਨ, ਪਰ ਸਿੱਕਿਮ ਦੀ ਮੁਖੀਆ ਲਈ ਭਾਰਤ ਜ਼ਿੰਮੇਵਾਰ ਸੀ। ਮੈਕਮੋਹਨ ਲਾਈਨ ਦੇ ਅੰਦਰ ਸੀਮਾ ਬਣਾਉਣ ਦੇ ਦੌਰਾਨ ਚੀਨੀ ਫੌਜਾਂ ਨੇ ਭਾਰਤੀ ਕੋਰ ਅਤੇ ਇੰਜੀਨੀਅਰਾਂ ਤੇ ਹਮਲਾ ਕੀਤਾ। ਜਵਾਬੀ ਕਾਰਵਾਈ ਕਰਦਿਆਂ ਭਾਰਤੀ ਫੌਜਾਂ ਨੇ ਤੋਪਾਂ ਨਾਲ ਚੀਨ ਫੌਜ ਉੱਤੇ ਜ਼ੋਰਦਾਰ ਹਮਲਾ ਕੀਤਾ। ਉਹਨਾਂ ਨੂੰ ਹਰਾਇਆ। ਮੁਕਾਬਲੇ ਵਿੱਚ ਤਕਰੀਬਨ 80 ਭਾਰਤੀ ਸੈਨਿਕ ਅਤੇ 450 ਚੀਨੀ ਸੈਨਿਕ ਮਾਰੇ ਗਏ। ਇਸ ਤੋਂ ਬਾਅਦ ਸਿੱਕਿਮ ਵਿੱਚ ਚੋਲਾ ਅਤੇ 1975 ਵਿੱਚ ਅਰੁਣਾਚਲ ਪ੍ਰਦੇਸ਼ ਦੇ ਪੁਮਾਂਗ ਲਾ ਵਿੱਚ ਝੜਪਾਂ ਹੋਈਆਂ। ਹਾਲਾਂਕਿ ਇਹ ਆਖਰੀ ਵਾਰ ਸੀ ਜਦੋਂ ਅਸੀਂ 15 ਜੂਨ 2020 ਦੀ ਤਾਜ਼ਾ ਗਲਵਾਨ ਘਾਟੀ ਦੀ ਘਟਨਾ ਤੱਕ ਭਾਰਤ ਚੀਨ ਦੀ ਸਰਹੱਦ ਤੇ ਕੋਈ ਜਾਨੀ ਨੁਕਸਾਨ ਵੇਖਿਆ। ਇਹ ਉਹ ਕਿਹੜਾ ਹੈ ਜਿਸ ਦੇ ਨਜ਼ਾਰਾ ਬਦਲਿਆ ਅਤੇ ਲਗਭਗ 45 ਸਾਲਾਂ ਤੋਂ 1975 ਤੋਂ 2020 ਤੱਕ ਸ਼ਾਂਤੀ ਲਿਆਇਆ। 1976 ਵਿੱਚ ਮਾਓ ਜ਼ੇਡੋਂਗ ਦੀ ਮੌਤ ਤੋਂ ਬਾਅਦ ਆਧੁਨਿਕ ਚੀਨੀ ਆਰਥਿਕਤਾ ਦੇ ਪਿਤਾ ਵਜੋਂ ਜਾਣੇ ਜਾਂਦੇ ਡੈਂਗ ਜਿਆਓਪਿੰਗ ਨੇ ਚੀਨ ਲਈ ਨਿੱਜੀ ਖੇਤਰ ਖੋਲ੍ਹਿਆ। 1980 ਵਿੱਚ ਚੀਨ ਅਤੇ ਭਾਰਤ ਨੇ ਬਾਕੀ ਦੁਨੀਆ ਨਾਲ ਆਰਥਿਕ ਸੰਬੰਧ ਵਿਕਸਿਤ ਕਰਨੇ ਸ਼ੁਰੂ ਕੀਤੇ। ਚੀਨ ਦੀ ਇਨਕਲਾਬੀ ਆਰਥਿਕ ਨੀਤੀ ਕਾਰਨ ਉਹ 1993 ਤੱਕ ਆਰਥਿਕ ਮਹਾਸ਼ਕਤੀ ਬਣਨ ਲੱਗ ਪਏ। ਉਹਨਾਂ ਦੇ ਅਸਲ ਕੰਟਰੋਲ ਰੇਖਾ ਅਤੇ ਮੁੱਲਾ ਸੁਰੱਖਿਆ ਦੇ ਬੁਨਿਆਦੀ ਤੇ ਨਿਵੇਸ਼ ਕਰਨਾ ਆਰੰਭ ਕਰ ਦਿੱਤਾ। ਉਹਨਾਂ ਨੇ ਆਪਣੀ ਫੌਜ ਦੇ ਆਉਣ ਜਾਣ ਲਈ ਵਿਸ਼ਾਲ ਹਾਈਵੇ, ਪੁਲ ਅਤੇ ਸੜਕਾਂ ਬਣਾਈਆਂ। ਇਸ ਮਿਆਦ ਵਿੱਚ ਸਾਲ 1993, 1996 ਅਤੇ 2013 ਵਿੱਚ ਭਾਰਤ ਅਤੇ ਚੀਨ ਸਰਹੱਦਾਂ ਤੇ ਸ਼ਾਂਤੀ ਬਹਾਲ ਕਰਨ ਲਈ ਬਹੁਤ ਸਾਰੇ ਸਮਝੌਤਿਆਂ ਅਤੇ ਦਸਤਖਤ ਕੀਤੇ। ਹਾਲਾਂਕਿ ਸਰਹੱਦੀ ਟਕਰਾਅ ਕਦੇ ਨਿਪਟਿਆ ਨਹੀਂ ਸੀ। ਇਸ ਸਮਝੌਤੇ ਵਿੱਚ ਦੋਵਾਂ ਦੇਸ਼ਾਂ ਨੇ ਇੱਕ ਗੱਲ ਤੇ ਸਹਿਮਤੀ ਜਤਾਈ ਕਿ ਇੱਕ ਸਾਈਲ ਤੋਂ 2 ਕਿਲੋਮੀਟਰ ਦੇ ਅੰਦਰ ਤੋਪਾਂ ਜਾਂ ਹਥਿਆਰਾਂ ਦੀ ਅਗਾਹੀ ਨਹੀਂ ਹੈ। ਇਹਨਾਂ ਸੰਬੰਧੀਆਂ ਦੇ ਕਾਰਨ ਸੰਬੰਧ ਸੁਧਾਰਨੇ ਸ਼ੁਰੂ ਹੋ ਗਏ। ਸੰਬੰਧ ਸੁਧਾਰਨ ਕਰਕੇ ਚੀਨ ਵੀ ਭਾਰਤ ਦਾ ਵੱਡਾ ਵਪਾਰਕ ਭਾਈਵਾਲ ਬਣਨਾ ਸ਼ੁਰੂ ਕਰ ਦਿੱਤਾ। ਮਨਮੋਹਨ ਸਿੰਘ ਦੇ ਸ਼ਾਸਨਕਾਲ ਦੌਰਾਨ ਭਾਰਤ ਵਿੱਚ ਵਪਾਰ ਉਦਯੋਗੀਕਰਨ ਅਤੇ ਨਿੱਜੀਕਰਨ ਦੀ ਸ਼ੁਰੂਆਤ ਨਾਲ ਭਾਰਤੀ ਆਰਥਿਕਤਾ ਵੀ ਮਜ਼ਬੂਤ ਹੋਈ। ਭਾਰਤ ਨੇ ਸਰਹੱਦਾਂ ਤੇ ਮੂਲ ਸੁਰੱਖਿਆ ਬੁਨਿਆਦੀ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ DSDBO ਰੋਡ ਦੇ ਨਾਮ ਨਾਲ ਇੱਕ ਸੜਕ ਦਰਬੂਕ ਸੰਜੋਗ ਦੌਲਤ ਬੈਗ ਉਲਟੀ ਰੋਡ ਯੋਜਨਾ ਦਾ ਹਿੱਸਾ ਸੀ। ਇਸ ਸੜਕ ਦੀ ਲੰਬਾਈ 255 ਕਿਲੋਮੀਟਰ ਅਤੇ ਇਹ 에ਅਰ ਬੇਸ ਅਤੇ ਦੌਲਤ ਬੈਗ ਉਲਟੀ ਦੀ ਸੈਨਿਕ ਚੌਕੀ ਨੂੰ ਜੋੜਨ ਲਈ ਬਣਾਈ ਗਈ ਸੀ, ਜੋ ਕਿ ਭਾਰਤ ਲਈ ਰਾਜਨੀਤਿਕ ਮਹੱਤਵ ਵਾਲੀ ਜਗ੍ਹਾ ਹੈ। ਸੜਕ ਦਾ ਨਿਰਮਾਣ ਮਨਮੋਹਨ ਸਿੰਘ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਸੀ ਅਤੇ ਨਰਿੰਦਰ ਮੋਦੀ ਸਰਕਾਰ ਦੁਆਰਾ ਪੂਰਾ ਕੀਤਾ ਗਿਆ ਸੀ। ਇਸ ਦੌਰਾਨ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਪੱਥਰਬਾਜ਼ੀ, ਝੜਪਾਂ ਅਤੇ ਮਾਮੂਲੀ ਝੜਪਾਂ ਹੁੰਦੀਆਂ ਰਹੀਆਂ। ਇਹ 2020 ਦੀਆਂ ਹਾਲ ਹੀ ਦੀਆਂ ਘਟਨਾਵਾਂ ਸਨ। ਹੁਣ ਆਓ ਵੇਖੀਏ ਕਿ ਅਜੋਕੇ ਸਮੇਂ ਵਿੱਚ ਕੀ ਹੋਇਆ ਸੀ। 2020 ਵਿੱਚ ਚੀਨੀ ਫੌਜ ਨੇ ਅਸਲ ਕੰਟਰੋਲ ਰੇਖਾ ਤੇ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ। ਕਈ ਫੌਜੀ ਵਾਹਨ ਲੈ ਕੇ ਉਹ DSDBO ਰੋਡ ਸੜਕ ਨਿਰਮਾਣ ਵਿੱਚ ਲੋਕਾਂ ਨੂੰ ਸਤਾਉਣ ਲੱਗੇ। ਇਹ ਇਕੱਠ ਪੂਰਬੀ ਅਤੇ ਪੱਛਮੀ ਸਰਹੱਦਾਂ ਵਿੱਚ ਕਈ ਥਾਵਾਂ ਤੇ ਹੋਇਆ। ਮਈ 2020 ਵਿੱਚ ਪੈਂਗੋਂਗ ਝੀਲ ਅਤੇ ਨਗੁਲਾ ਪਾਸ ਵਿੱਚ ਝੜਪਾਂ ਹੋਈਆਂ। ਵੱਡੀ ਝੜਪ 15 ਜੂਨ 2020 ਨੂੰ ਗਲਵਾਨ ਵੈਲੀ ਵਿੱਚ ਹੋਈ। ਚੀਨੀ ਘੁਸਪੈਠ ਅਤੇ ਝੜਪਾਂ ਦਾ ਵੱਡਾ ਕਾਰਨ DSDBO
ਸੜਕ ਨੂੰ LOC ਨਾਲ ਜੋੜਨ ਵਾਲੀਆਂ ਫੀਡਰ ਸੜਕਾਂ ਦਾ ਨਿਰਮਾਣ ਸੀ। ਗਲਵਾਨ ਵੈਲੀ ਦੇ ਰਸਤੇ। ਇਹਨਾਂ ਵਿੱਚ LOC ਤੱਕ ਪਹੁੰਚਣ ਲਈ ਭਾਰਤੀ ਫੌਜ ਨੂੰ ਲਗਭਗ 2 ਤੋਂ 3 ਘੰਟੇ ਲੱਗ ਗਏ ਸਨ। ਇਹ ਫੀਡਰ ਰੋਡ ਭਾਰਤੀ ਫੌਜ ਲਈ ਸਮੇਂ ਦੀ ਬਚਤ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਚੀਨ ਆਪਣਾ ਰਣਨੀਤਿਕ ਫਾਇਦਾ ਗਵਾ ਰਿਹਾ ਹੈ। ਇਸ ਲਈ ਚੀਨ ਇਸ ਦਾ ਵਿਰੋਧ ਨਹੀਂ ਕਰ ਸਕਿਆ। 15 ਜੂਨ 2020 ਦੀ ਘਟਨਾ ਤੋਂ ਪਹਿਲਾਂ ਚੀਨ ਫੌਜ ਨੇ 2 ਤੁੰਬੇ ਲਾਏ ਸਨ ਅਤੇ ਗਲਵਾਨ ਵੈਲੀ ਵਿਖੇ ਪੁਲ ਨੇੜੇ ਡੇਰਾ ਲਾ ਲਿਆ ਸੀ। ਬਾਅਦ ਵਿੱਚ ਫੈਸਲਾ ਕੀਤਾ ਗਿਆ ਕਿ 2 ਕਿਲੋਮੀਟਰ ਦੀ ਦੂਰੀ ਤੇ ਭਾਰਤੀ ਅਤੇ ਚੀਨੀ ਫੌਜਾਂ ਵਾਪਸ ਚਲੇ ਜਾਣਗੀਆਂ। ਹਾਲਾਂਕਿ 15 ਜੂਨ 2020 ਦੀ ਸ਼ਾਮ ਨੂੰ ਭਾਰਤੀ ਕਮਾਂਡਰ ਨੇ ਗਸ਼ਤ ਕਰਦਿਆਂ ਪਤਾ ਲਗਾਇਆ ਕਿ ਚੀਨੀ ਤੁੰਬੇ ਅੰਦਰ ਕੁਝ ਸੈਨਿਕਾਂ ਨਾਲ ਉੱਥੇ ਹੀ ਰਹਿ ਰਿਹਾ ਹੈ। ਇਸ ਨਾਲ ਦੋਵਾਂ ਫੌਜਾਂ ਵਿਚਾਲੇ ਝਗੜਾ ਹੋਣ ਤੋਂ ਬਾਅਦ ਗਰਮ ਬਹਿਸ ਹੋ ਗਈ। ਬਾਅਦ ਵਿੱਚ ਵੱਡੀ ਗਿਣਤੀ ਵਿੱਚ ਚੀਨੀ ਫੌਜ ਪਹੁੰਚੀ। ਕੰਡਿਆਂ ਨਾਲ ਬੁਣੇ ਡੰਡੇ ਅਤੇ ਡੰਡੀਆਂ ਨਾਲ ਭਾਰਤੀ ਫੌਜਾਂ ਨੂੰ ਬੇਰਹਿਮੀ ਨਾਲ ਹਮਲਾ ਕੀਤਾ। ਉੱਥੇ ਦੋਵਾਂ ਧਿਰਾਂ ਵੱਲੋਂ ਗੰਭੀਰ ਟੱਕਰ ਹੋ ਗਈ। ਨਤੀਜੇ ਵਜੋਂ ਦੋਵਾਂ ਪਾਸਿਆਂ ਦੇ ਜਵਾਨਾਂ ਦੇ ਜਾਨੀ ਨੁਕਸਾਨ ਅਤੇ ਜ਼ਖਮੀ ਹੋਏ। ਭਾਰਤੀ ਸਿਪਾਹੀ ਬਹਾਦਰੀ ਨਾਲ ਲੜਦੇ ਰਹੇ ਪਰ ਬਹੁਤ ਸਾਰੇ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਇਹ ਅੱਜ ਵੀ ਵੇਖਿਆ ਜਾ ਸਕਦਾ ਹੈ ਕਿ LOC ਦੇ ਕੋਲ ਚੀਨੀ ਸੈਨਿਕ ਵਾਹਨ ਅਤੇ ਡੇਰਾ ਲਾਏ ਹੋਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਚੀਨ ਦੁਆਰਾ ਲੰਬੇ ਸਮੇਂ ਦੇ ਪ੍ਰਬੰਧ ਤੋਂ ਘੱਟ ਨਹੀਂ ਹੈ। ਪੈਂਗੋਂਗ ਝੀਲ ਬਹੁਤ ਵੱਡੀ ਹੈ ਅਤੇ 8 ਫਿੰਗਰਸ ਵਿੱਚ ਵੰਡੀਆਂ ਹੋਈਆਂ ਹੈ। ਪਹਾੜੀ ਸਪਾਈਕ ਝੀਲ ਦੇ ਵੱਲ ਭੱਜੇ ਹੋਏ ਹਨ ਨੂੰ ਉਂਗਲੀਆਂ ਕਿਹਾ ਜਾਂਦਾ ਹੈ। ਭਾਰਤ ਦਾ ਦਾਅਵਾ ਇਹ ਹੈ ਕਿ LOC ਫਿੰਗਰ 8 ਤੇ ਹੈ। ਚੀਨ ਦਾ ਦਾਅਵਾ ਕਰਦਾ ਹੈ ਕਿ ਇਹ 4 ਤੇ ਹੈ। ਭਾਰਤੀ ਫੌਜ ਆਮ ਤੌਰ ਤੇ ਫਿੰਗਰ 8 ਤੱਕ ਗਸ਼ਤ ਕਰਦੀ ਸੀ ਅਤੇ ਚੀਨੀ ਫੌਜ ਫਿੰਗਰ 4 ਤੱਕ ਗਸ਼ਤ ਕਰਦੀ ਸੀ। ਹਾਲਾਂਕਿ ਹੁਣ ਚੀਨੀ ਫੌਜ ਫਿੰਗਰ 4 ਤੇ ਡੇਰਾ ਲਾ ਦਿੱਤਾ ਹੈ ਤੇ ਭਾਰਤੀ ਫੌਜ ਨੇ 5 ਤੋਂ 8 ਤੱਕ ਉਂਗਲਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦੇ ਰਹੀ ਹੈ। ਕਾਰਗਿਲ ਯੁੱਧ ਦੇ ਦੌਰਾਨ ਜਦੋਂ ਭਾਰਤੀ ਫੌਜ ਇੱਥੋਂ ਹਟ ਗਈ, ਚੀਨੀਆਂ ਨੇ ਇਸ ਸਥਿਤੀ ਦਾ ਫਾਇਦਾ ਉਠਾਇਆ ਅਤੇ ਪੈਂਗੋਂਗ ਝੀਲ ਦੇ ਨਾਲ ਫਿੰਗਰ 8 ਤੋਂ ਫਿੰਗਰ 5 ਤੱਕ ਇੱਕ ਸੜਕ ਬਣਾਈ। ਫਿੰਗਰ 4 ਤੋਂ ਫਿੰਗਰ 1 ਤੱਕ ਸਖਤ ਪਹਾੜੀ ਪ੍ਰਦੇਸ਼ ਹਨ ਅਤੇ ਇਸ ਲਈ ਉੱਥੇ ਸੜਕਾਂ ਦਾ ਨਿਰਮਾਣ ਨਹੀਂ ਸੰਭਵ। ਇਸ ਚੀਨੀ ਫੌਜ ਦਾ ਲਾਭ ਉਠਾਉਂਦੇ ਸੜਕ ਦੀ ਵਰਤੋਂ ਕੀਤੀ ਅਤੇ ਫਿੰਗਰ 4 ਵਿਖੇ ਇਕਾਗਰਤਾ ਬਣਾਈ। ਚੀਨ ਇੰਨਾ ਹਮਲਾਵਰ ਕਿਉਂ ਹੋ ਗਿਆ ਹੈ? ਘਟਨਾਵਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਲੰਬੇ ਸਮੇਂ ਤੋਂ ਇਸ ਲਈ ਤਿਆਰੀ ਕਰ ਰਿਹਾ ਹੈ। ਲੱਗਦਾ ਹੈ ਕਿ ਚੀਨ ਨੇ COVID-19 ਸਥਿਤੀ ਦਾ ਫਾਇਦਾ ਉਠਾਇਆ ਹੈ ਕਿਉਂਕਿ ਮਹਾਮਾਰੀ ਦੇ ਸਥਿਤੀ ਕਾਰਨ ਭਾਰਤੀ ਫੌਜੀ ਅਭਿਆਸਾਂ ਨਹੀਂ ਕੀਤੀਆਂ ਗਈਆਂ ਹਨ। ਮੌਜੂਦਾ ਮਹਾਮਾਰੀ ਦੇ ਕਾਰਨ ਚੀਨ ਨੂੰ ਆਰਥਿਕ ਪਰੇਸ਼ਾਨੀ ਅਤੇ ਦੇਸ਼ ਵਿਆਪੀ ਅਸੰਤੋਸ਼ ਦਾ ਸਾਹਮਣਾ ਕਰਨਾ ਪੈ ਗਿਆ। ਇਹ ਉਹਨਾਂ ਦੀ 1962 ਦੀ ਸਥਿਤੀ ਵਰਗਾ ਦਿਸਦਾ ਹੈ। ਇਸ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਰਾਸ਼ਟਰਵਾਦ ਵੱਲ ਧਿਆਨ ਮੋੜਦਿਆਂ ਦੇਸ਼ ਵਿਆਪੀ ਨਾਰਾਜ਼ਗੀ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਸਿਰਫ ਭਾਰਤ ਨਾਲ ਹੀ ਨਹੀਂ ਬਲਕਿ ਦੱਖਣੀ ਚੀਨ ਸਾਗਰ, ਵੀਅਤਨਾਮ, ਫਿਲੀਪੀਨਜ਼, ਹਾਂਗਕਾਂਗ, ਤਾਈਵਾਨ, ਤਿੱਬਤ ਅਤੇ ਇੱਥੇ ਤੱਕ ਕਿ ਆਸਟ੍ਰੇਲੀਆ ਦੇ ਖੇਤਰਾਂ ਨਾਲ ਵੀ ਤਣਾਅ ਬਣਾ ਰਿਹਾ ਹੈ। ਚੀਨ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਤੇਜ਼ੀ ਨਾਲ COVID-19 ਦਾ ਮੁਕਾਬਲਾ ਕਰਦਾ ਪ੍ਰਤੀਤ ਹੁੰਦਾ ਹੈ। ਨਾਲ ਹੀ ਉਹ COVID-19 ਦੇ ਅਮਰੀਕੀ ਅਰਥਚਾਰੇ ਤੇ ਪੈਣ ਵਾਲੇ ਪ੍ਰਭਾਵ ਕਾਰਨ US ਤੋਂ ਮਿਲੀ ਬਦਲਾਖੋਰੀ ਤੋਂ ਨਹੀਂ ਡਰਦੇ। ਇਸ ਤੋਂ ਇਲਾਵਾ ਚੀਨ ਨੇ ਭਾਰਤ ਦੇ ਲੱਦਾਖ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਕਰਨ ਦੀ ਕਾਰਵਾਈ ਨੂੰ ਵੀ ਭੁਲੇਖਾ ਬਣਾਇਆ ਹੈ। ਅਜਿਹਾ ਕੰਮ ਸੀ ਜੋ ਸਰਹੱਦਾਂ ਨੂੰ ਪ੍ਰਬਲਿਤ ਕਰਦਾ ਸੀ, ਜੋ ਅਸਲ ਕੰਮ ਨਹੀਂ ਸੀ। ਉਪਰੋਕਤ ਕਾਰਨ ਕਰਕੇ ਹਾਲ ਹੀ ਦੇ ਸਮੇਂ ਦੌਰਾਨ ਚੀਨ ਨੇ ਹਮਲਾਵਰ ਨੀਤੀ ਅਪਣਾਈ ਹੈ। ਹੁਣ ਆਓ ਮੁਲਾਂਕਣ ਕਰੀਏ ਕਿ ਭਾਰਤ ਨੂੰ ਇਸ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ। ਭਾਰਤ ਨੂੰ ਆਪਣੀ ਆਰਥਿਕ ਅਤੇ ਸੈਨਿਕ ਤਾਕਤ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਇਸ ਦੇ ਨਾਲ
ਕੂਟਨੀਤਕ ਸੰਬੰਧ ਕਾਇਮ ਰੱਖਣੇ ਚਾਹੀਦੇ ਹਨ। ਭਾਰਤ ਨੂੰ ਸਰਹੱਦਾਂ ਤੇ ਰੱਖਿਆ ਬੁਨਿਆਦੀ ਦੇ ਨਿਰਮਾਣ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਸੁਰੱਖਿਆ, ਫੌਜੀ ਲੋੜਾਂ, ਉन्नत ਹਥਿਆਰਾਂ ਅਤੇ ਗੋਲਾ ਬਾਰੂਦ ਵਰਗੀਆਂ ਕਈ ਸੈਨਿਕ ਜ਼ਰੂਰਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨਾਂ ਨੂੰ ਵੱਡੇ ਦਰ ਤੇ ਨਿਰਮਾਣ ਵਧਾਉਣਾ ਚਾਹੀਦਾ ਹੈ। ਭਾਰਤ ਨੂੰ ਚੀਨ ਦੇ ਕਮਜ਼ੋਰ ਬਿੰਦੂਆਂ ਜਿਵੇਂ ਤਾਇਵਾਨ, ਦੱਖਣੀ ਚੀਨ ਸਾਗਰ, ਹਾਂਗਕਾਂਗ ਅਤੇ ਤਿੱਬਤ ਨੂੰ ਪੂੰਜੀਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕੋਵਿਡ-19 ਦੇ ਫੈਲਣ ਦਾ ਕਾਰਨ ਚੀਨ ਪ੍ਰਤੀ ਵਿਸ਼ਵ ਵਿਦਿਆਪੀ ਘ੍ਰਿਣਾਯੋਗ ਨਜ਼ਰੀਏ ਉਹਨਾਂ ਨੂੰ ਜਾਪਾਨ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਚੀਨ ਦੇ ਵਿਰੋਧ ਖੜੇ ਹੋਣ ਲਈ ਸੰਬੰਧ ਬਣਾਉਣੇ ਚਾਹੀਦੇ ਹਨ। ਭਾਰਤ ਨੂੰ ਚੀਨ ਦਾ ਆਗਿਆਤ ਤੇ ਨਿਰਪੱਖਤਾ ਹੋਣ ਲਈ ਸੰਬੰਧ ਬਣਾਉਣੇ ਚਾਹੀਦੇ ਹਨ। ਭਾਰਤ ਨੂੰ ਚੀਨ ਦੇ ਆਗਿਆਤ ਨਿਰਪੱਖਤਾ ਦੇ ਬਦਲੇ ਲੱਭਣ ਚਾਹੀਦੇ ਹਨ ਅਤੇ ਵਪਾਰ ਦੇ ਸੰਤੁਲਨ ਨੂੰ ਸਥਿਰ ਕਰਨਾ ਚਾਹੀਦਾ ਹੈ। ਹਾਲਾਂਕਿ ਚੀਨੀ ਦਰਾਮਦਾਂ ਦੀ ਪੂਰੀ ਤਰ੍ਹਾਂ ਬਾਇਕਾਟ ਕਰਨਾ ਸੰਭਵ ਨਹੀਂ ਹੈ ਕਿਉਂਕਿ ਕੱਚੇ ਮਾਲ, ਟੈਕਨੋਲੋਜੀ, ਸਪੇਅਰ ਪਾਰਟਸ, ਫਾਰਮਾਸਿਊਟੀਕਲ ਏਜੰਸੀਆਂ ਲਈ APIs ਆਦਿ ਦਾ ਵੱਡਾ ਹਿੱਸਾ ਚੀਨ ਤੋਂ ਆਉਂਦਾ ਹੈ। ਚੀਨ ਨੇ ਵੀ ਪੇਟੀਐਮ, ਜ਼ੋਮੈਟੋ, ਓਲਾ ਅਤੇ ਹੋਰਾਂ ਵਰਗੇ ਭਾਰਤੀ ਸ਼ੁਰੂਆਤ ਵਿੱਚ ਇੱਕ ਵੱਡੇ ਦਰ ਤੇ ਨਿਵੇਸ਼ ਕੀਤਾ ਹੈ। ਭਾਰਤ ਨੂੰ ਲੰਬੇ ਸਮੇਂ ਤੋਂ ਇਸ ਮੁੱਦੇ ਦਾ ਮੁਕਾਬਲਾ ਕਰਨ ਲਈ ਉਤਪਾਦਨ ਅਤੇ ਨਿਰਮਾਣ ਵਿੱਚ ਵਾਧਾ ਕਰਨਾ ਚਾਹੀਦਾ ਹੈ। ਅੰਤ ਵਿੱਚ ਆਓ ਅਜੋਕੇ ਸਮੇਂ ਵਿੱਚ ਭਾਰਤ-ਚੀਨ ਸੰਬੰਧਾਂ ਵਿੱਚ ਸੁਧਾਰ ਲਿਆਉਣ ਲਈ ਨਰਿੰਦਰ ਮੋਦੀ ਸਰਕਾਰ ਦੇ ਯਤਨਾਂ ਉੱਤੇ ਨਿਗਾਹ ਮਾਰੀਏ। ਨਰਿੰਦਰ ਮੋਦੀ ਦੇ ਸ਼ਾਸਨਕਾਲ ਦੌਰਾਨ ਭਾਰਤ-ਚੀਨ ਦੇ ਰਿਸ਼ਤਿਆਂ ਨੇ ਇੱਕ ਵੱਡੀ ਰਫ਼ਤਾਰ ਹਾਸਲ ਕੀਤੀ। ਭਾਰਤ ਦੇ ਪਿਛਲੇ ਪ੍ਰਧਾਨ ਮੰਤਰੀਆਂ ਦੇ ਮੁਕਾਬਲੇ ਨਰਿੰਦਰ ਮੋਦੀ ਸਭ ਤੋਂ ਵੱਧ ਚੀਨ ਗਏ। ਇੱਥੋਂ ਤੱਕ ਕਿ ਸ਼ੀ ਜਿਨਪਿੰਗ ਆਪਣੇ ਰਾਜਕਾਲ ਦੌਰਾਨ 2 ਵਾਰ ਭਾਰਤ ਦਾ ਦੌਰਾ ਕਰ ਚੁੱਕਾ ਹੈ। ਨਰਿੰਦਰ ਮੋਦੀ ਚੀਨ ਨਾਲ ਵਪਾਰਕ ਸੰਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਹਾਲਾਂਕਿ ਵੱਡਾ ਸਵਾਲ ਇਹ ਹੈ ਕਿ ਚੀਨ ਨੇ ਜਵਾਹਰ ਲਾਲ ਨਹਿਰੂ ਦੀ ਤਰ੍ਹਾਂ ਨਰਿੰਦਰ ਮੋਦੀ ਨੂੰ ਵੀ ਧੋਖਾ ਦਿੱਤਾ ਹੈ। ਸ਼ਾਇਦ ਹਾਂ, ਅਤੇ ਉਹ ਖੁਦ ਇਸ ਬਾਰੇ ਜਾਣਦਾ ਹੈ। ਹਾਲਾਂਕਿ ਜਵਾਹਰ ਲਾਲ ਨਹਿਰੂ ਦੀ ਸਥਿਤੀ ਦੇ ਉਲਟ ਭਾਰਤੀ ਜਨਤਾ ਨਰਿੰਦਰ ਮੋਦੀ ਦਾ ਸਮਰਥਨ ਕਰਦੀ ਹੈ ਅਤੇ ਵਿਸ਼ਵਾਸ ਕਰਦੀ ਹੈ। ਮੰਤਰੀ ਮੰਡਲ ਵੱਲੋਂ ਵਿਚਾਰਾਂ ਦਾ ਕੋਈ ਵਿਰੋਧ ਨਹੀਂ ਹੋਇਆ ਹੈ। ਚੀਨ ਵਿਰੁੱਧ ਜਨਤਾ ਵਿੱਚ ਨਾਰਾਜ਼ਗੀ ਦੇ ਬਾਵਜੂਦ ਭਾਰਤ ਸਰਕਾਰ ਲਈ ਅਸੰਤੁਸ਼ਟੀ ਨਹੀਂ ਹੈ। ਇਸ ਲਈ ਨਹਿਰੂ ਦੇ ਉਲਟ ਮੋਦੀ ਕਿਸੇ ਵੀ ਦਬਾਅ ਦਾ ਸਾਹਮਣਾ ਨਹੀਂ ਕਰ ਰਹੇ ਹਨ, ਜਿਸ ਕਾਰਨ ਉਹ ਸਕਾਰਾਤਮਕ ਸੋਚ ਪਾਉਂਦੇ ਹਨ। ਹਾਲਾਂਕਿ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਹੈ ਕਿ ਭਾਰਤੀ ਹੁਣ ਆਉਣ ਵਾਲੀ ਪੀੜ੍ਹੀਆਂ ਲਈ ਮੁਸ਼ਕਿਲ ਨਾਲ ਹੀ ਚੀਨ ਤੇ ਭਰੋਸਾ ਕਰ ਸਕਦੇ ਹਨ। ਤੁਹਾਡਾ ਧੰਨਵਾਦ। ਉਮੀਦ ਕਰਦੇ ਹਾਂ ਕਿ ਇਸ ਐਪੀਸੋਡ ਦਾ ਆਨੰਦ ਤੁਸੀਂ ਲਿਆ ਹੋਵੇਗਾ। ਅਸੀਂ ਇੱਕ ਹੋਰ ਵੱਡੀ ਕਹਾਣੀ ਨਾਲ ਦੁਬਾਰਾ ਮਿਲਾਂਗੇ।